अस्सलाम वालेकुम जी। ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬੱਕਰੇ ਦਾ ਗੋਸ਼ਤ, ਮਟਨ ਯਾਨੀ ਕਿ ਛੋਟਾ ਗੋਸ਼ਤ। ਅਤੇ ਉਹਦੇ ਵਿੱਚ ਜਿਹੜੇ ਜੋ ਤੇਜ਼ਾਬ ਪਾਏ ਜਾਣਗੇ ਉਹ ਤੁਸੀਂ ਦੇਖ ਰਹੇ ਹੋ। ਪਹਿਲੇ ਮੈਂ ਤੁਹਾਨੂੰ ਦਿਖਾਇਆ ਵਾ ਲਹਿਸਨ, ਫਿਰ ਪਿਆਜ਼, ਫਿਰ ਸਬਜ਼ ਮਿਰਚਾਂ, ਫਿਰ ਟਮਾਟਰ, ਫਿਰ ਅਦਰਕ ਕੁੱਟਿਆ ਹੋਇਆ, ਅਤੇ ਉਸ ਤੋਂ ਬਾਅਦ ਆ ਖੜੇ ਮਸਾਲੇ ਯਾਨੀ ਕਿ ਸਾਬਤ ਮਸਾਲੇ। ਅਤੇ ਉਸ ਤੋਂ ਬਾਅਦ ਹੁਣ ਅਸੀਂ ਲੈ ਲਾਂਗੇ ਜੀ ਪ੍ਰੈਸ਼ਰ 'ਤੇ ਮੈਂ ਢੱਕਣ ਚੱਕ ਦਿੱਤਾ ਅਤੇ ਉਹਦੇ ਵਿੱਚ ਪਾ ਦਿੱਤੇ ਆ ਗੋਸ਼ਤ ਦੇ ਵਿੱਚ ਅਸੀਂ ਉਸ ਤੋਂ ਬਾਅਦ ਪਾ ਦਾਂਗੇ ਪਾਣੀ। ਇੰਨਾ ਪਾਣੀ ਪਾਉਣਾ ਵਾ ਕਿ ਜਿਹਦੇ ਵਿੱਚ ਸਾਡਾ ਗੋਸ਼ਤ ਗਲ ਜਾਵੇ। ਤੁਸੀਂ ਆਪਣੇ ਜੇ ਯਖਣੀ ਕੱਢਣ ਵਾਸਤੇ ਪਾਣੀ ਪਾਉਣਾ ਚਾਹ ਰਹੇ ਹੋ ਅਤੇ ਥੋੜ੍ਹਾ ਜਿਹਾ ਐਕਸਟਰਾ ਵੀ ਪਾ ਸਕਦੇ ਹਾਂ, ਕਿਉਂਕਿ ਫਿਰ ਜਦੋਂ ਅਸੀਂ ਗੋਸ਼ਤ ਭੁੰਨ ਲਾਂਗੇ ਤਾਂ ਫਿਰ ਅਸੀਂ ਦੂਸਰਾ ਪਾਣੀ ਨਹੀਂ ਇਹਦੇ ਵਿੱਚ ਪਾਵਾਂਗੇ, ਅਤੇ ਉਹ ਜਿਹੜਾ ਯਖਣੀ ਵਾਲਾ ਪਾਣੀ ਕੱਢਿਆ ਹੋਊਗਾ ਉਹੀ ਅਸੀਂ ਇਹਦੇ ਵਿੱਚ ਪਾ ਦਾਂਗੇ। ਅੱਛਾ ਜੀ, ਉਸ ਤੋਂ ਬਾਅਦ ਮੈਂ ਲਾ ਦਿੱਤਾ ਵਾ ਕੁੱਕਰ। ਆਂਚ ਵੀ ਤੁਸੀਂ ਦੇਖ ਲਿਓ ਕਿ ਇੰਨੀ ਫੁੱਲ ਵੀ ਨਹੀਂ ਹੈਗੀ ਅਤੇ ਲੋ ਫਲੇਮ ਵੀ ਨਹੀਂ ਗਾ। ਕੁੱਕਰ ਮੇਰਾ ਚੱਲਣ ਲੱਗ ਗਿਆ ਵਾ। ਅਤੇ ਗੋਸ਼ਤ ਜਿਹੜਾ ਵਾ ਇਹ ਵੀ ਛੋਟਾ ਗੋਸ਼ਤ ਵੀ ਕਈ ਤਰ੍ਹਾਂ ਦਾ ਹੁੰਦਾ ਵਾ। ਕੋਈ ਗੋਸ਼ਤ ਹੁੰਦਾ ਵਾ ਜਿਹੜਾ ਜਲਦੀ ਗਲ ਜਾਂਦਾ ਵਾ, ਅਤੇ ਕਈ ਗੋਸ਼ਤ ਹੁੰਦਾ ਜਿਹੜਾ ਜ਼ਰਾ ਲੇਟ ਗਲਦਾ ਵਾ। ਇਹ ਵੀ ਗੋਸ਼ਤ ਦੀ ਸੋਫਟਨੈਸ 'ਤੇ ਉਹਦਾ ਨਾਮ ਆ ਉਹਦੀ ਹਾਰਡਨੈਸ 'ਤੇ ਡਿਪੈਂਡ ਕਰਦਾ ਵਾ ਕਿ ਗੋਸ਼ਤ ਜਲਦੀ ਗਲੂਗਾ ਜਾਂ ਲੇਟ ਗਲੂਗਾ। ਮੈਕਸੀਮਮ 7 ਤੋਂ 15 ਮਿੰਟ ਦੇ ਦਰਮਿਆਨ ਗੋਸ਼ਤ ਤਕਰੀਬਨ ਗਲ ਜਾਂਦਾ ਹੁੰਦਾ। ਅੱਛਾ ਜੀ, ਤੁਸੀਂ ਦੇਖ ਰਹੇ ਹੋ ਕਿ ਮੈਂ ਫਲੇਮ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਗੋਸ਼ਤ ਚੈੱਕ ਕੀਤਾ, ਤਕਰੀਬਨ 10 ਮਿੰਟ ਦੇ ਅੰਦਰ ਅੰਦਰ ਗਲ ਚੁੱਕਿਆ ਸੀ। ਅਤੇ ਜਿਹੜਾ ਗੋਸ਼ਤ ਵਿੱਚ ਐਕਸਟਰਾ ਪਾਣੀ ਸੀਗਾ ਉਹ ਮੈਂ ਕੱਢ ਲਿਆ, ਯਾਨੀ ਕਿ ਯਖਣੀ ਦੇ ਤੌਰ 'ਤੇ। ਉਹ ਬਾਅਦ ਵਿੱਚ ਮੈਂ ਇਹੀ ਪਾਣੀ ਇਹਦੇ ਵਿੱਚ ਇਸਤੇਮਾਲ ਕਰ ਦੇਣਾ। ਅਤੇ ਹੁਣ ਉਹਦੇ ਵਿੱਚ ਮੈਂ ਪਾ ਦੂੰਗੀ ਗੋਸ਼ਤ ਵਿੱਚ ਮੈਂ ਪਾ ਦੂੰਗੀ ਯਾਨੀ ਕਿ ਸਬਜ਼ ਮਿਰਚਾਂ ਵਗੈਰਾ ਤਾਂ ਮੈਂ ਸਾਰਾ ਕੁਛ ਪਾ ਦਿੱਤਾ ਸੀ। ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਿੱਤਾ ਸੀ ਨਮਕ, ਲਾਲ ਮਿਰਚਾਂ ਅਤੇ ਹਲਦੀ। ਅਤੇ ਉਹਨੂੰ ਜਦੋਂ ਪਾ ਕੇ ਅਤੇ ਜਿਹੜਾ ਬਾਕੀ ਪਾਣੀ ਸੀ ਉਹ ਮੈਂ ਖੁਸ਼ਕ ਕਰ ਲਿਆ। ਅਤੇ ਜਦੋਂ ਪਾਣੀ ਖੁਸ਼ਕ ਹੋ ਗਿਆ ਤਾਂ ਉਸ ਤੋਂ ਬਾਅਦ ਮੈਂ ਹੁਣ ਇਹਦੇ ਵਿੱਚ ਪਾ ਦਿੱਤਾ ਵਾ ਆਇਲ, ਤਾਂ ਕਿ ਮੈਂ ਅੱਛੀ ਤਰ੍ਹਾਂ ਗੋਸ਼ਤ ਦੀ ਬਣਾਈ ਕਰ ਸਕਾਂ। ਮੇਰਾ ਜਿਹੜਾ ਮੇਨ ਜਿਹੜਾ ਹੁੰਦਾ ਵਾ ਕੰਮ ਉਹ ਹੁੰਦਾ ਵਾ ਕਿ ਚੀਜ਼ ਦੀ ਭੁਨਾਈ, ਯਾਨੀ ਕਿ ਜੇ ਤੁਸੀਂ ਸਬਜ਼ੀ ਵੀ ਬਣਾ ਰਹੇ ਹੋ ਤਾਂ ਵੀ ਸਬਜ਼ੀ ਅੱਛੀ ਤਰ੍ਹਾਂ ਭੁੰਨੀ ਜਾਏ ਤਾਂ ਹੀ ਉਹਦਾ ਟੇਸਟ ਅੱਛਾ ਆਏਗਾ। ਅਤੇ ਇਹ ਗੋਸ਼ਤ ਵਾ ਇਹ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਭੁੰਨਿਆ ਜਾਵੇ, ਤਾਂ ਕਿ ਗੋਸ਼ਤ ਅੱਛੀ ਤਰ੍ਹਾਂ ਭੁੰਨ ਹੋਊਗਾ ਅਤੇ ਇਹਦੀ ਸਮੈਲ ਜਾਣੀ ਹੈ। ਜੇ ਗੋਸ਼ਤ ਅੱਛੀ ਤਰ੍ਹਾਂ ਭੁੰਨ ਨਹੀਂ ਹੋਊਗਾ ਅਤੇ ਨਾ ਹੀ ਇਹਦੇ ਜਿਹੜਾ ਨਮਕ ਮਿਰਚ ਅਸੀਂ ਪਾਇਆ ਵਾ ਉਹ ਅੱਛੀ ਤਰ੍ਹਾਂ ਭੁੰਨ ਹੋਣੀ ਆ, ਗਲੇ ਨੂੰ ਪਊਗਾ। ਅਤੇ ਜੇ ਨਾ ਭੁੰਨਿਆ ਗਿਆ ਅਤੇ ਨਾ ਹੀ ਇਹਦੀ ਸਮੈਲ ਜਾਣੀ ਹੈ। ਇਸ ਲਈ ਲੋ ਫਲੇਮ 'ਤੇ ਇਹਨੂੰ ਅੱਛੀ ਤਰ੍ਹਾਂ ਭੁੰਨ ਲਵਾਂਗੇ। ਅੱਛਾ, ਤੁਸੀਂ ਦੇਖ ਰਹੇ ਹੋ ਕਿ ਗੋਸ਼ਤ ਭੁੰਨ ਹੋ ਰਿਹਾ, ਅਤੇ ਮੈਂ ਨਾਲ ਚਮਚ ਹਿਲਾਈ ਜਾਊਂਗੀ, ਇਹ ਨਾ ਹੋਵੇ ਕਿ ਥੱਲੇ ਲੱਗ ਜਾਵੇ। ਅੱਛਾ, ਗੋਸ਼ਤ ਭੁੰਨਣ ਦਾ ਇੱਕ ਜਿਹੜਾ ਮੇਨ ਮਕਸਦ ਉਹ ਇਹ ਵੀ ਹੁੰਦਾ ਵਾ ਕਿ ਜਿਹੜੇ ਅਸੀਂ ਨਮਕ ਮਿਰਚ ਪਾਏ ਹੈ ਨਾ ਉਹ ਗੋਸ਼ਤ ਦੇ ਵਿੱਚ ਵੀ ਅੱਛੀ ਤਰ੍ਹਾਂ ਜਜ਼ਬ ਹੋ ਜਾਣ, ਤਾਂ ਕਿ ਇਹਨਾਂ ਬਾਅਦ 'ਚ ਅਸੀਂ ਬੋਟੀਆਂ ਖਾਈਏ ਤਾਂ ਬੋਟੀਆਂ ਸਾਨੂੰ ਫਿੱਕੀਆਂ ਲੱਗਣ, ਅਤੇ ਜਿਹੜਾ ਸਾਰਾ ਲੂਣ ਮਿਰਚ ਅਸੀਂ ਵਿੱਚ ਪਾਇਆ ਵਾ ਉਹ ਸ਼ੋਰਬੇ ਵਿੱਚ ਉਹਦਾ ਟੇਸਟ ਆਉਂਦਾ ਫਿਰ ਇਸ ਲਈ ਵੀ ਅੱਛੀ ਤਰ੍ਹਾਂ ਭੁੰਨ ਲਈਦਾ। ਫਿਰ ਇਹਦੇ ਵਿੱਚ ਹਲਕਾ ਜਿਹਾ ਪਾਣੀ ਦਾ ਛਿੱਟਾ ਵੀ ਲਾਵਾਂਗੇ। ਲਓ, ਜਿਵੇਂ ਛਿੱਟਾ ਵੀ ਲਾ ਦਿੱਤਾ ਤੁਸੀਂ ਦੇਖ ਲਿਆ ਵਾ। ਅਤੇ ਹੁਣ ਜਦੋਂ ਇਹ ਵਾਲਾ ਪਾਣੀ ਖੁਸ਼ਕ ਹੋ ਜਾਊਗਾ ਅਤੇ ਗੋਸ਼ਤ ਘੀ ਛੱਡ ਦੇਗਾ, ਉਸ ਤੋਂ ਬਾਅਦ ਮੈਂ ਜਿਹੜੀ ਯਖਣੀ ਕੱਢੀ ਸੀਗੀ ਉਹ ਮੈਂ ਇਹਦੇ ਵਿੱਚ ਪਾ ਦਊਂਗੀ। ਅਤੇ ਉਸ ਤੋਂ ਬਾਅਦ ਜਿੰਨੀ ਕੁਆਂਟਿਟੀ 'ਚ ਸਾਨੂੰ ਚਾਹੀਦਾ ਹੋਇਆ, ਜੇ ਸ਼ੋਰਬੇ ਵਾਲਾ ਪਸੰਦ ਕਰਦੇ ਹੋ ਤਾਂ ਸ਼ੋਰਬਾ ਰੱਖ ਸਕਦੇ ਹਾਂ, ਜੇ ਰਸਗੁੱਲਾ ਪਸੰਦ ਕਰਦੇ ਹੋ ਤਾਂ ਰਸਗੁੱਲਾ ਰੱਖ ਸਕਦੇ ਹਾਂ, ਅਤੇ ਜੇ ਤੁਸੀਂ ਭੁਨਵਾ ਖਾਣਾ ਅਤੇ ਐਜ਼ ਯੂ ਵਿਸ਼। ਇਹ ਤੁਸੀਂ ਦੇਖ ਰਹੇ ਹੋ ਕਿ ਫਿਲਹਾਲ ਹਾਲੇ ਤਾਂ ਮੈਂ ਗੋਸ਼ਤ ਦੀ ਬਣਾਈ ਹੀ ਜਾ ਰਹੀ ਹੈ, ਕਿਉਂਕਿ ਜਦੋਂ ਤੱਕ ਗੋਸ਼ਤ ਅੱਛੀ ਤਰ੍ਹਾਂ ਭੁੰਨ ਨਹੀਂ ਹੋਊਗਾ ਮੈਂ ਇਹਦੇ ਵਿੱਚ ਪਾਣੀ ਨਹੀਂ ਪਾਊਂਗੀ। ਜਿੰਨੀ ਅੱਛੀ ਤਰ੍ਹਾਂ ਗੋਸ਼ਤ ਭੁੰਨ ਹੋਊਗਾ ਓਨਾ ਹੀ ਅੱਛਾ ਅਤੇ ਲਜ਼ੀਜ਼ ਬਣੇਗਾ, ਅਤੇ ਬੋਟੀਆਂ ਵੀ ਸੋਫਟ ਹੋ ਜਾਂਦੀਆਂ, ਮਸਾਲਾ ਬੋਟੀਆਂ ਦੇ ਅੰਦਰ ਜਜ਼ਬ ਹੋ ਜਾਂਦਾ। ਆਲੂ ਦੀ ਜਿਹੜੀ ਹੁਣ ਮੈਂ ਯਖਣੀ ਕੱਢੀ ਸੀ ਨਾ ਹੁਣ ਮੈਂ ਉਹਦੇ ਵਿੱਚ ਪਾ ਦਿੱਤੀ ਹੈ। ਅਤੇ ਇਹਦੇ ਯਾਨੀ ਕਿ ਤੁਸੀਂ ਉੱਦਾਂ ਵੀ ਇਸਤੇਮਾਲ ਕਰ ਸਕਦੇ ਹੋ, ਸਰਦੀ ਦਾ ਮੌਸਮ ਵੈਸੇ ਵੀ ਨਮਕ ਵਿੱਚ ਪਾ ਕੇ ਕਾਲੀ ਮਿਰਚ ਪਾ ਕੇ ਵੀ ਪੀ ਸਕਦੇ ਹੋ, ਬੱਚਿਆਂ ਨੂੰ ਵੀ ਦੇ ਸਕਦੇ ਹੋ, ਛੋਟੇ ਗੋਸ਼ਤ ਦੀ ਅੱਛੀ ਰਹੇਗੀ। ਅਤੇ ਤੁਸੀਂ ਹੁਣ ਦੇਖ ਰਹੇ ਹੋ ਕਿ ਘੀ ਵੀ ਉੱਪਰ ਆ ਗਿਆ ਵਾ, ਗੋਸ਼ਤ ਅੱਛੀ ਤਰ੍ਹਾਂ ਗਲ ਗਿਆ ਵਾ। ਜਿਹੜੀ ਯਖਣੀ ਸੀ ਮੈਂ ਵਿੱਚ ਪਾਣੀ ਪਾਇਆ ਸੀ ਉਹ ਵੀ ਤਕਰੀਬਨ ਪੱਕ ਚੁੱਕਿਆ ਵਾ, 2-3 ਜੋਸ਼ ਆ ਚੁੱਕੇ ਆ। ਮੈਂ ਇਹਦੇ ਵਿੱਚ ਪਾ ਦਿੱਤਾ ਸੀ ਸਬਜ਼ ਧਨੀਆ, ਫਿਰ ਕਾਲੀ ਮਿਰਚ ਅਤੇ ਜ਼ੀਰੇ ਪਾਊਡਰ ਜਿਹੜਾ ਸੀ ਉਹ ਵੀ ਪਾ ਦਿੱਤਾ, ਅਤੇ ਗਰਮ ਮਸਾਲਾ ਵੀ। ਤਾਂ ਤੁਸੀਂ ਦੇਖ ਲਓ ਹੁਣ ਮੈਂ ਚੁੱਲ੍ਹਾ ਕਰ ਦਿੱਤਾ ਬੰਦ, ਕਿਉਂਕਿ ਮੈਨੂੰ ਚਾਹੀਦਾ ਵਾ ਸ਼ੋਰਬੇ ਵਾਲਾ ਹਲਕਾ ਜਿਹਾ ਸ਼ੋਰਬਾ। ਹਲੇ ਵੀ ਮੈਨੂੰ ਹਲਕੀ ਆਂਚ 'ਤੇ ਰੱਖਿਆ ਹੋਇਆ ਵਾ। ਅਤੇ ਆਹ ਫਾਈਨਲ ਲੁੱਕ ਤੁਸੀਂ ਦੇਖ ਰਹੇ ਹੋ। ਓਕੇ, ਅੱਲਾ ਹਾਫਿਜ਼।